ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਤਾ ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਸਨੇ ਸਾਨੂੰ ਮੌਕਾ ਬਖਸ਼ਿਆ ਕਿ ਅਸੀਂ ਇੱਕ ਵਾਰ ਫਿਰ ਤੋਂ ਪਰਮੇਸ਼ਵਰ ਦੀ ਕਿਰਪਾ ਦੇ ਉੱਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਸਾਨੂੰ ਉਮੀਦ ਹੈ ਕਿ ਤੁਹਾਨੂੰ ਸਭਨਾਂ ਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਪਸੰਦ ਆਏਗਾ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਸੀ ਕਿ ਕਿਰਪਾ ਆਸ ਨਾਲ ਭਰਪੂਰ ਹੈ ਅਤੇ ਪਰਮੇਸ਼ਵਰ ਦੀ ਕਿਰਪਾ ਸਾਨੂੰ ਬਾਕੀ ਸੰਸਾਰ ਦੇ ਲੋਕਾਂ ਤੋਂ ਵੱਖਰਾ ਬਣਾਉਂਦੀ ਹੈ। ਅੱਜ ਅਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਸਮਝਦੇ ਹੋਏ ਭਗਤੀ ਦੇ ਬਾਰੇ ਜਾਣਾਂਗੇ। ਅੱਜ ਦੇ ਅਧਿਐਨ ਦੇ ਵਿੱਚ ਅਸੀਂ ਜਾਣਾਂਗੇ ਕਿ ਕੋਈ ਭਗਤ ਕਿਸ ਤਰ੍ਹਾਂ ਬਣ ਸਕਦਾ ਹੈ। ਤੇ ਫਿਰ ਆਓ ਬਿਨਾਂ ਦੇਰ ਕੀਤੇ ਵਧਦੇ ਹਾਂ ਆਪਣੇ ਅਧਿਐਨ ਦੇ ਵਿੱਚ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथीं अज लिख एह अमर कहानी, एह अमर कहानी, एह अमर कहानी। ओ रब्बा मेरे मेहर करी, तेरे बिन मेरा मुल नहीं आना। ओ रब्बा मेरे मेहर करी, तेरे दर ते खड़ा मैं दीवाना। असी तेरे हो गए हाँ हुण किदे हो सकांगे, असी तेरे हो गए हाँ हुण किदे हो सकांगे। तेरे बिन तां हासा दूर असी रो भी ना सकांगे, असी रो भी ना सकांगे, असी रो भी ना सकांगे। ओ रब्बा मेरे मेहर करी, असी घर तेरे नाल ही बसौना। ओ रब्बा मेरे मेहर करी, तेरे दर ते खड़ा मैं दीवाना।
मेरी नजरां च तू है, मेरी गजलां च तू है, मेरी नजरां च तू है, मेरी गजलां च तू है। कित्थे लुकण मैं जावां, मेरी खबरां च तू है, मेरी खबरां च तू है, मेरी खबरां च तू है। ओ रब्बा मेरे मेहर करी, मैं तां चाहुंदा भी नहीं छड्ड तैनू जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। ओ रब्बा ਪਾਲੂਸ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਅਕਸਰ ਆਪਣੀਆਂ ਪਾਸਵਾਨੀ ਨਾਲ ਸੰਬੰਧਿਤ ਪੱਤਰੀਆਂ ਵਿੱਚ ਖਾਸ ਤੌਰ ਤੇ ਇਸ ਸਚਾਈ ਬਾਰੇ ਗੱਲ ਕਰਨ ਲਈ ਕਰਦਾ ਹੈ ਕਿ ਜਦੋਂ ਯਿਸੂ ਆਇਆ ਅਤੇ ਬੈਤਲਹਮ ਵਿੱਚ ਪੈਦਾ ਹੋਇਆ ਸੀ, ਤਦ ਉਹ ਪਰਮੇਸ਼ਰ ਦੀ ਕਿਰਪਾ ਦਾ ਪ੍ਰਗਟ ਹੋਣਾ ਸੀ। ਪਰਮੇਸ਼ਰ ਇੱਕ ਸਾਡੇ ਵਰਗਾ ਹੋਣ ਲਈ ਧਰਤੀ ਉੱਤੇ ਆਇਆ ਅਤੇ ਪਰਮੇਸ਼ਰ ਦੀ ਕਿਰਪਾ ਯਿਸੂ ਮਸੀਹ ਦੇ ਰਾਹੀਂ ਇਸ ਜਗਤ ਵਿੱਚ ਆਈ ਸੀ। ਉਸ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਕਿਰਪਾ ਬਾਰੇ ਮਸੂਲੀ ਜਾਣਕਾਰੀ ਹੀ ਸੀ, ਪਰ ਯਿਸੂ ਕਿਰਪਾ ਦੇ ਪ੍ਰਤੱਖ ਰੂਪ ਸੀ। ਯਹੂਨਾ ਆਪਣੀ ਅੰਜੀਲ ਵਿੱਚ 1:14 ਤੋਂ ਲੈ ਕੇ 17 ਵਿੱਚ ਲਿਖਦਾ ਹੈ ਕਿ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿਠਾ। ਅਤੇ ਫਿਰ ਉਹ ਕੁਝ ਆਇਤਾਂ ਤੋਂ ਬਾਅਦ ਅੱਗੇ ਆਖਦਾ ਹੈ, ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਪਰ ਕਿਰਪਾ ਅਤੇ ਸਚਾਈ ਯਿਸੂ ਮਸੀਹ ਤੋਂ ਪਹੁੰਚੀ ਹੈ। ਯਿਸੂ ਦੇ ਆਉਣ ਤੋਂ ਪਹਿਲਾਂ ਤੁਰੇਤ ਹੈ ਸੀ, ਪਰ ਜਦੋਂ ਯਿਸੂ ਆਇਆ ਕਿਰਪਾ ਪੈਦਾ ਹੋਈ ਸੀ। ਅੱਜ ਅਸੀਂ ਇਸੇ ਬਾਰੇ ਗੱਲਬਾਤ ਕੀਤੀ ਸੀ ਕਿ ਸਲੀਬ ਦੇ ਇਸ ਬਾਰੇ ਸਾਡੇ ਲਈ ਜਿਉਣਾ ਕਿੰਨਾ ਅਦਭੁਤ ਹੈ, ਕਿਉਂਕਿ ਅਸੀਂ ਕਿਰਪਾ ਦੇ ਯੁੱਗ ਵਿੱਚ ਜਿਉਂਦੇ ਹਾਂ। ਕਿਰਪਾ ਦੇ ਯੁੱਗ ਦਾ ਆਰੰਭ ਮੁੱਖ ਤੌਰ ਤੇ ਯਿਸੂ ਦੀ ਦੇਹ ਵਿੱਚ ਹੋਇਆ ਸੀ। ਜਿਉਂ ਹੀ ਉਹ ਮਰੀਅਮ ਤੋਂ ਪੈਦਾ ਹੋਇਆ ਸੀ, ਕਿਰਪਾ ਪ੍ਰਗਟ ਹੋਈ ਸੀ ਅਤੇ ਬਾਈਬਲ ਆਖਦੀ ਹੈ ਕਿ ਕਿਰਪਾ ਸਾਡੇ ਮਨੁੱਖ ਉੱਤੇ ਪ੍ਰਗਟ ਹੋਈ ਹੈ। ਹੁਣ ਸਾਰੇ ਮਨੁੱਖ ਇਸ ਨੂੰ ਕਬੂਲ ਨਹੀਂ ਕਰਦੇ, ਪਰ ਇਹ ਸਾਰੇ ਮਨੁੱਖ ਲਈ ਉਪਲਬਧ ਹੈ। ਆਪ ਜਾਣਦੇ ਹੋ ਕਿ ਕੋਈ ਵੀ ਸਵਰਗ ਵਿੱਚ ਨਹੀਂ ਪਹੁੰਚੇਗਾ ਜੋ ਇਹ ਆਖੇ, ਅਤੇ ਕੋਈ ਵੀ ਸਵਰਗ ਤੋਂ ਵਾਂਝਾ ਕਦੇ ਨਹੀਂ ਰਹੇਗਾ ਜੋ ਇਹ ਆਖੇਗਾ ਕਿ ਮੈਂ ਸਵਰਗ ਤੋਂ ਵਾਂਝਾ ਇਸ ਕਰਕੇ ਰਹਿ ਗਿਆ ਹਾਂ ਕਿਉਂਕਿ ਇਸ ਵਾਸਤੇ ਕਿਰਪਾ ਕਾਫੀ ਨਹੀਂ ਸੀ। ਹਮੇਸ਼ਾ ਹੀ ਹਰੇਕ ਵਾਸਤੇ ਇਹ ਕਿਰਪਾ ਕਾਫੀ ਰਹਿਣ ਜਾ ਰਹੀ ਹੈ। ਅੱਜ ਭਾਵੇਂ ਆਪ ਨੇ ਕੁਝ ਵੀ ਕੀਤਾ ਹੋਵੇ ਜਾਂ ਫਿਰ ਆਪ ਪਰਮੇਸ਼ਰ ਤੋਂ ਕਿੰਨੇ ਵੀ ਦੂਰ ਕਿਉਂ ਨਾ ਹੋਵੋ, ਫਿਰ ਵੀ ਆਪ ਲਈ ਕਾਫੀ ਕਿਰਪਾ ਮੌਜੂਦ ਹੈ। ਪਰਮੇਸ਼ਰ ਦੀ ਕਿਰਪਾ ਹਰੇਕ ਲਈ ਕਾਫੀ ਹੈ। ਬਾਈਬਲ ਦੇ ਬਚਨ ਇਸ ਤਰ੍ਹਾਂ ਆਖਦੇ ਹਨ, ਪਰਮੇਸ਼ਰ ਦੀ ਕਿਰਪਾ ਸਭ ਮਨੁੱਖਾਂ ਉੱਤੇ ਪ੍ਰਗਟ ਹੋਈ ਹੈ ਅਤੇ ਇਹ ਅਸਲੀਅਤ ਹੈ ਕਿ ਕੁਝ ਲੋਕ ਇਸ ਨੂੰ ਕਬੂਲ ਨਹੀਂ ਕਰਦੇ। ਇਸ ਦਾ ਕੋਈ ਵੀ ਸੰਖੇਪ ਇਸ ਦੀ ਪੂਰਤੀ ਨਾਲ ਨਹੀਂ ਹੈ। ਪੂਰਤੀ ਭਰਪੂਰ ਹੈ, ਉਹ ਉਪਲਬਧ ਹੈ। ਅੰਤ ਜਦੋਂ ਆਪ ਪਰਮੇਸ਼ਰ ਦੀ ਕਿਰਪਾ ਨੂੰ ਕਬੂਲ ਕਰਦੇ ਹੋ ਤਦ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਇਹ ਕਾਫੀ ਹੈ। ਕਿਰਪਾ ਕਾਫੀ ਪਾਈ ਜਾਂਦੀ ਹੈ। ਸਭ ਤੋਂ ਪਹਿਲਾਂ ਗੱਲ ਜੋ ਸਮਝਣ ਵਾਲੀ ਹੈ ਉਸ ਦਾ ਸੰਬੰਧ ਬੀਤੇ ਸਮੇਂ ਨਾਲ ਹੈ। ਉਹ ਇਹ ਹੈ ਕਿ ਪਰਮੇਸ਼ਰ ਦੀ ਕਿਰਪਾ ਸਾਨੂੰ ਪਾਪ ਦੀ ਸਜ਼ਾ ਤੋਂ ਛੁਡਾਉਣ ਲਈ ਪ੍ਰਗਟ ਕੀਤੀ ਗਈ ਹੈ। ਤੀਤਸ 2:14 ਪੌਲੁਸ ਇਸ ਸਭ ਬਾਰੇ ਤੀਤਸ ਨਾਲ ਗੱਲ ਕਰਨੀ ਆਰੰਭ ਕਰਦਾ ਹੈ ਅਤੇ ਉਹ ਸਭ ਤੋਂ ਪਹਿਲਾਂ ਉਸ ਨੂੰ ਯਾਦ ਦਿਲਾਉਂਦਾ ਹੈ ਕਿ ਇਹ ਕਿਰਪਾ ਜਿਹੜੀ ਪਰਮੇਸ਼ਰ ਨੇ ਸਾਨੂੰ ਬਖਸ਼ੀ ਹੈ ਉਹ ਇਹੋ ਜਿਹੀ ਕਿਰਪਾ ਹੈ ਜੋ ਸਾਨੂੰ ਸਾਡੇ ਪਾਪਾਂ ਤੋਂ ਛੁਡਾਉਣ ਲਈ ਕਾਫੀ ਰਹੀ ਹੈ। ਪਰਮੇਸ਼ਰ ਦੀ ਕਿਰਪਾ ਸਾਨੂੰ ਪਾਪ ਦੀ ਸਜ਼ਾ ਤੋਂ ਛੁਡਾਉਣ ਲਈ ਪ੍ਰਗਟ ਕੀਤੀ ਗਈ ਹੈ। ਗੌਰ ਕਰੋ ਕਿ 14 ਐਤ ਵਿੱਚ ਇਹ ਕੀ ਆਖਦਾ ਹੈ। ਆਪਣੀ ਬਾਈਬਲ ਵਿੱਚ ਤੱਕੋ, ਇਹ ਇਸ ਤਰ੍ਹਾਂ ਆਖਦੀ ਹੈ, ਤੀਤਸ 2:11-14 ਪਰਮੇਸ਼ਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ, ਭਾਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ। ਬਾਈਬਲ ਆਖਦੀ ਹੈ ਕਿ ਅਸੀਂ ਕਿਰਪਾ ਤੋਂ ਬਗੈਰ ਬਚਾਏ ਨਹੀਂ ਜਾ ਸਕਦੇ। ਇਫਸੀਆਂ ਦੀ ਪੱਤਰੀ 2:8-9 ਦੇ ਬਚਨ ਇਹ ਹਨ, ਕਿਉਂ ਜੋ ਤੁਸੀਂ ਕਿਰਪਾ ਤੋਂ ਨੇਚਾ ਦੇ ਰਾਹੀਂ ਬਚਾਏ ਗਏ ਅਤੇ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਕਿ ਆਪ ਨੂੰ ਇਸ ਬਾਰੇ ਕੋਈ ਸ਼ੱਕ ਹੈ? ਉਹ ਅੱਗੇ ਆਖਦਾ ਹੈ, ਇਹ ਕਰਨੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਾਈ ਕੋਈ ਕਮੰਡ ਕਰੇ। ਉਹ ਨਹੀਂ ਚਾਹੁੰਦਾ ਕਿ ਕੋਈ ਵੀ ਇਸ ਨੂੰ ਸਮਝਣ ਤੋਂ ਵਾਂਝਿਆ ਰਹਿ ਜਾਵੇ ਕਿ ਪਰਮੇਸ਼ਰ ਦੀ ਕਿਰਪਾ ਇੱਕੋ ਹੀ ਵਸੀਲਾ ਹੈ ਜਿਸ ਦੇ ਦੁਆਰਾ ਹੀ ਅਸੀਂ ਸਵਰਗ ਵਿੱਚ ਜਾ ਸਕਦੇ ਹਾਂ। ਆਪ ਆਪਣੇ ਖੁਦ ਦੇ ਕੰਮਾਂ ਦੁਆਰਾ ਸਵਰਗ ਨੂੰ ਨਹੀਂ ਜਾ ਸਕਦੇ। ਉਹ ਕਦੇ ਵੀ ਕਾਫੀ ਨਹੀਂ ਹੋਵੇਗਾ। ਜੋ ਪ੍ਰੀਖਿਆ ਪਰਮੇਸ਼ਰ ਪਵਿੱਤਰਤਾਈ ਲਈ ਦਿੰਦਾ ਹੈ, ਆਪ ਵਿੱਚ
ਗਤ ਪ੍ਰਤੀਸ਼ੀਲ ਸਫਲ ਨਹੀਂ ਹੋ ਸਕਦੇ। ਬਾਈਬਲ ਆਖਦੀ ਹੈ ਕਿ ਅਸਾਂ ਸਭਨਾਂ ਨੇ ਪਾਪ ਕੀਤਾ ਹੈ ਅਤੇ ਅਸੀਂ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਹਾਂ, ਅਤੇ ਜੇਕਰ ਪਰਮੇਸ਼ਰ ਸਾਡੇ ਉੱਤੇ ਕਿਰਪਾ ਨਹੀਂ ਕਰਦਾ ਤਦ ਅਸੀਂ ਸਵਰਗ ਨੂੰ ਨਹੀਂ ਜਾ ਸਕਦੇ। ਅਜਿਹਾ ਕੁਝ ਵੀ ਨਹੀਂ ਹੈ ਜੋ ਆਪ ਇਸ ਨੂੰ ਪ੍ਰਾਪਤ ਕਰਨ ਲਈ ਕਰ ਸਕੋ। ਅਜਿਹਾ ਕੁਝ ਵੀ ਨਹੀਂ ਹੈ ਜੋ ਆਪ ਇਸ ਦਾ ਹੱਕ ਰੱਖਣ ਲਈ ਕਰ ਸਕੋ। ਆਪ ਜੋ ਕੁਝ ਵੀ ਕਿਰਪਾ ਵਿੱਚ ਜੋੜਨ ਲਈ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਇਹ ਸਭ ਨੂੰ ਬਰਖਾਸਤ ਕਰ ਦਿੰਦਾ ਹੈ, ਕਿਉਂਕਿ ਕਿਰਪਾ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹ ਸਾਡੀਆਂ ਕਰਨੀਆਂ ਤੋਂ ਨਹੀਂ। ਅਜਿਹਾ ਨਾ ਹੋਵੇ ਭਾਈ ਕੋਈ ਖਮੰਡ ਕਰੇ। ਅੱਜ ਸਾਡੇ ਵਿੱਚ ਸਾਰੇ ਜੋ ਇੱਥੇ ਮੌਜੂਦ ਅਤੇ ਮਸੀਹ ਹਨ, ਕਦੇ ਨਾ ਕਦੇ ਇੱਕ ਪਲ ਸੀ ਜਦੋਂ ਅਸੀਂ ਪ੍ਰਭੂ ਯਿਸੂ ਨੂੰ ਕਬੂਲ ਕੀਤਾ ਸੀ। ਉਸ ਪਲ ਅਸੀਂ ਉਸ ਸਭ ਨੂੰ ਜੋ ਇਸ ਨਾਲ ਜੁੜਿਆ ਹੋਇਆ ਸੀ ਉਸ ਨੂੰ ਨਹੀਂ ਸੀ ਸਮਝਿਆ, ਪਰ ਜਦੋਂ ਅਸੀਂ ਇਸ ਤਰ੍ਹਾਂ ਕੀਤਾ ਸੀ ਤਦ ਪਰਮੇਸ਼ਰ ਦੀ ਕਿਰਪਾ ਦਾ ਹੜ ਸਾਡੀਆਂ ਜਾਨਾਂ ਉੱਤੇ ਵਗ ਗਿਆ ਸੀ ਅਤੇ ਇਸ ਨੇ ਸਾਡੇ ਪਾਪ ਸ਼ੁੱਧ ਕਰ ਦਿੱਤੇ ਸਨ। ਉਸ ਨੇ ਇਹ ਸਭ ਕੁਝ ਸਾਡੇ ਲਈ ਇੱਕੋ ਹੀ ਤੋਹਫੇ ਵਜੋਂ ਕੀਤਾ ਸੀ। ਅਸੀਂ ਇਸ ਨੂੰ ਕਮਾਇਆ ਨਹੀਂ ਸੀ ਅਤੇ ਸੱਚਮੁੱਚ ਅਸੀਂ ਇਸ ਦੇ ਹੱਕਦਾਰ ਨਹੀਂ ਹਾਂ। ਜੌਨ ਨਿਊਟਨ ਉਹ ਪਹਿਲਾਂ ਹੀ ਸ਼ਖਸ ਹੋਵੇਗਾ ਜੋ ਆਖੇਗਾ ਕਿ ਉਹ ਸਭ ਤੋਂ ਬਾਅਦ ਜੋ ਉਸਨੇ ਪ੍ਰਭੂ ਦੀ ਨਿੰਦਿਆ ਕਰਨ ਲਈ ਕੀਤਾ ਸੀ, ਇਹ ਪ੍ਰਭੂ ਦੀ ਕਿਰਪਾ ਹੀ ਸੀ ਜਿਸ ਨੇ ਉਸ ਨੂੰ ਉਸ ਭਿਆਨਕ ਸਥਿਤੀ ਵਿੱਚੋਂ ਕੱਢਿਆ ਸੀ ਜਿਸ ਵਿੱਚ ਉਹ ਸੀ। ਅੰਤ ਵਿੱਚ ਉਸ ਨੇ ਖੁਸ਼ਖਬਰੀ ਦਾ ਇੱਕ ਪ੍ਰਚਾਰਕ ਹੋਣ ਲਈ ਬੁਲਾਇਆ ਸੀ। ਸਰੋਤਾ ਦੋਸਤੋ, ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਜੌਨ ਨਿਊਟਨ ਦੇ ਇੱਕ ਮਹਾਨ ਮਸੀਹੀ ਭਜਨ ਅਮੇਜ਼ਿੰਗ ਗ੍ਰੇਸ ਬਾਰੇ ਪਰਮੇਸ਼ਰ ਦੀ ਕਿਰਪਾ ਦੀ ਰੋਸ਼ਨੀ ਵਿੱਚ ਸਿੱਖਦੇ ਆ ਰਹੇ ਹਾਂ। ਅੱਜ ਅਸੀਂ ਇਸ ਭਜਨ ਦੀ ਜੋ ਲਾਈਨ ਉੱਤੇ ਗੌਰ ਕਰਨ ਲਈ ਜਾ ਰਹੇ ਹਾਂ ਉਸ ਦੇ ਇਹ ਸ਼ਬਦ ਹਨ: ਵੀ ਹੀ ਨੋ ਲੈਸ ਡੇਜ਼ ਦਾ ਸਿੰਗ ਗੋਡਸ ਪਾਵਰ ਦੈਨ ਵੈਨ ਵੀ ਫਸਟ ਬਿਗਨ। ਭਾਵ ਜਦੋਂ ਅਸੀਂ ਪਹਿਲਾਂ ਆਰੰਭ ਕੀਤਾ ਸੀ, ਸਾਡੇ ਕੋਲ ਪਰਮੇਸ਼ਰ ਦੀ ਉਸਤਤ ਗਾਉਣ ਲਈ ਉਸ ਨਾਲੋਂ ਘੱਟ ਦਿਨ ਨਹੀਂ ਹਨ। ਪਿਛਲੇ ਹਫ਼ਤੇ ਤੋਂ ਅਸੀਂ ਕਿਰਪਾ ਦੇ ਵਿਸ਼ੇ ਅਧਿਐਨ ਕਰਦੇ ਆ ਰਹੇ ਹਾਂ। ਪਾਲੂਸ ਰਸੂਲ ਅਤੇ ਜੌਨ ਨਿਊਟਨ ਭਜਨਕਾਰ ਦੀਆਂ ਨਜ਼ਰਾਂ ਤੋਂ ਕਰਦੇ ਆ ਰਹੇ ਹਾਂ। ਅੱਜ ਅਸੀਂ ਉਸ ਭਜਨ ਦੀ ਆਖਰੀ ਲਾਈਨ ਕੋਲ ਆ ਪਹੁੰਚੇ ਹਾਂ। ਸੰਗੀਤ ਨਾਲ ਸੰਬੰਧਿਤ ਇਤਿਹਾਸਕਾਰ ਇਸ ਇਤਿਹਾਸ ਭਜਨ ਦੀ ਆਖਰੀ ਲਾਈਨ ਦੀ ਪ੍ਰਸਿੱਧ ਸਿਹਰਾ ਹਰਗੀਤ ਬੇਕਰ ਸਟੋ ਦਾ ਲਿਟਲ ਲੇਡੀ ਨੂੰ ਦਿੰਦੇ ਹਨ, ਜਿਸ ਬਾਰੇ ਰਾਸ਼ਟਰੀ ਅਬਰਾਹਮ ਲਿੰਕਨ ਨੇ ਚੜਾਉਂਦੇ ਹੋਏ ਆਖਿਆ ਸੀ ਕਿ ਉਹ ਗ੍ਰਹਿ ਯੁੱਧ ਦੀ ਸ਼ੁਰੂਆਤ ਲਈ ਜ਼ਿੰਮੇਵਾਰ ਸੀ। ਉਸ ਦੇ 1852 ਨਾਵਲ ਬੇਸਟੋਵ ਇੱਕ ਮਸੀਹੀ ਗੁਲਾਮ ਦੀ ਕਹਾਣੀ ਦੱਸਦੀ ਹੈ ਜੋ ਸਿਮੋਨ ਲੈਰਿਗਸ ਕੋਲ ਵੇਚਿਆ ਗਿਆ ਸੀ। ਜੇਕਰ ਆਪ ਨੇ ਇਸ ਪੁਸਤਕ ਨੂੰ ਪੜ੍ਹਿਆ ਹੋਵੇ, ਫਿਰ ਵੀ ਬਸ ਇਹ ਨਾਮ ਸਿਮੋਨ ਬੁਰਾਈ ਦੇ ਦਰਸ਼ਨਾਂ ਦੀ ਤਸਵੀਰ ਮਨ ਵਿੱਚ ਬਣਾਉਂਦਾ ਹੈ। ਅਸਲ ਵਿੱਚ ਜੇਕਰ ਆਪ ਸਿਮੋਨ ਬਾਰੇ ਹੋਰ ਜ਼ਿਆਦਾ ਸਿੱਖਣਾ ਚਾਹੁੰਦੇ ਹੋ ਤਦ ਆਪ ਸ਼ਬਦਕੋਸ਼ ਲਓ ਅਤੇ ਬੁਰਾਈ ਸ਼ਬਦ ਨੂੰ ਭਾਲੋ, ਉਹ ਉੱਥੇ ਮੌਜੂਦ ਹੈ। ਟੌਮ ਨੇ ਆਪਣੇ ਆਪ ਲਈ ਬਾਈਬਲ ਨੂੰ ਪੜ੍ਹਨਾ ਸਿੱਖ ਲਿਆ ਸੀ ਅਤੇ ਫਿਰ ਉਹ ਸਿਮੋਨ ਦੀ ਜਾਇਦਾਦ ਬਣ ਗਿਆ ਸੀ। ਕਦੇ ਕਦੇ ਉਹ ਆਪਣੇ ਵਿਹਲੇ ਸਮੇਂ ਵਿੱਚ ਬਾਈਬਲ ਪੜ੍ਹਦਾ ਹੁੰਦਾ ਸੀ ਅਤੇ ਇਸ ਦੇ ਦੁਆਰਾ ਸ਼ਕਤੀ ਪਾਉਂਦਾ ਹੁੰਦਾ ਸੀ। ਪਰ ਜਦੋਂ ਸਿਮੋਨ ਨੇ ਉਸ ਨੂੰ ਪਕੜ ਲਿਆ ਸੀ ਤਦ ਉਸ ਨੇ ਆਪਣੇ ਗੁਲਾਮਾਂ ਨੂੰ ਕੋਈ ਵਿਹਲਾ ਸਮਾਂ ਨਹੀਂ ਸੀ ਦਿੱਤਾ। ਅਸਲ ਵਿੱਚ ਠੀਕ ਜਿਸ ਤਰ੍ਹਾਂ ਜੌਨ ਨਿਊਟਨ ਨੇ ਕੀਤਾ ਸੀ। ਜਿਵੇਂ ਕਿ ਅਸੀਂ ਇਸ ਤੋਂ ਪਹਿਲਾਂ ਆਖਿਆ ਸੀ, ਸਿਮੋਨ ਨੇ ਟੌਮ ਤੋਂ ਉਸ ਦੀ ਨੇਚਾ ਦਾ ਇਨਕਾਰ ਕਰਾਉਣ ਅਤੇ ਸ਼ੈਤਾਨ ਲਈ ਜਿਉਣ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਉਹਨਾਂ ਨੂੰ ਪ੍ਰਸ਼ਟ ਕਰਨਾ ਚਾਹਿਆ ਸੀ, ਪਰ ਇਸ ਕਹਾਣੀ ਵਿੱਚ ਟੌਮ ਨੇ ਹਮੇਸ਼ਾ ਹੀ ਇਸ ਤੋਂ ਇਨਕਾਰ ਕੀਤਾ ਸੀ ਅਤੇ ਉਹ ਆਖਦਾ ਹੁੰਦਾ ਸੀ, ਮੈਂ ਇਸ ਨੂੰ ਪਕੜੀ ਰੱਖਾਂਗਾ। ਹੋ ਸਕਦਾ ਹੈ ਪ੍ਰਭੂ ਮੇਰੀ ਮਦਦ ਜਾਂ ਫਿਰ ਉਹ ਮੇਰੀ ਮਦਦ ਨਾ ਕਰੇ, ਪਰ ਮੈਂ ਹਰ ਹਾਲਤ ਵਿੱਚ ਉਸ ਨੂੰ ਪਕੜੀ ਰੱਖਾਂਗਾ ਅਤੇ ਆਖਰੀ ਦਮ ਤੱਕ ਉਸ ਉੱਤੇ ਵਿਸ਼ਵਾਸ ਕਰਦਾ ਰਹਾਂਗਾ। ਟੌਮ ਦੇ ਹੌਸਲੇ ਬਾਰੇ ਸ਼ਬਦ ਇਹ ਆਖਦੇ ਹਨ ਕਿ ਸਿਰਫ ਸਿਮੋਨ ਨੂੰ ਹੋਰ ਜ਼ਿਆਦਾ ਕ੍ਰੋਧਿਤ ਅਤੇ ਹੋਰ ਜ਼ਿਆਦਾ ਟੌਮ ਨੂੰ ਤੋੜ ਸਿੱਟਣ ਦਾ ਇਰਾਦਾ ਕਰਨ ਲਈ ਉਸ ਨੂੰ ਮਜਬੂਰ ਕੀਤਾ ਗਿਆ ਅਤੇ ਉਸ ਦੀ ਨੇਚਾ ਦਾ ਨਾਸ਼ ਕਰਨ ਦਾ ਇਰਾਦਾ ਬਣਾਉਣ ਵਿੱਚ ਮਦਦ ਕੀਤੀ ਸੀ। ਆਖਿਰਕਾਰ ਸਿਮੋਨ ਦੇ ਸਤਾਉਣ ਅਤੇ ਉਸ ਦੀਆਂ ਚੜਾਉਣ ਦੀਆਂ ਗੱਲਾਂ ਨੂੰ ਟੌਮ ਉਦੋਂ ਤੱਕ ਅਸਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ ਕਮਜ਼ੋਰ ਸੀ। ਅਸਲ ਵਿੱਚ ਇੱਕ ਰਾਤ ਨੂੰ ਉਹ ਆਪਣੇ ਜੀਵਨ ਵਿੱਚ ਸਭ ਤੋਂ ਨਿਚਲੇ ਸਤਰ ਉੱਤੇ ਸੀ ਅਤੇ ਉਸ ਨੇ ਅਜੇ ਵੀ ਆਪਣੀ ਨੇਚਾ ਨੂੰ ਪਕੜਿਆ ਹੋਇਆ ਸੀ। ਫਿਰ ਇਹ ਸਮਾਂ ਉਸ ਲਈ ਬਹੁਤ ਕਠਿਨ ਸੀ। ਉਸ ਨੇ ਆਖਿਆ ਸੀ ਕਿ ਇੱਕ ਰਾਤ ਉਹ ਬੁਝਣ ਜਾ ਰਹੀ ਅੱਗ ਦੇ ਕੋਲ ਬੈਠਾ ਸੀ ਜਦੋਂ ਅਚਾਨਕ ਹੀ ਉਸ ਦੇ ਆਲੇ ਦੁਆਲੇ ਸਭ ਕੁਝ ਮੁਰਝਾਉਂਦਾ ਜਾਪਦਾ ਸੀ ਅਤੇ ਕਿਸੇ
ਕੰਡਿਆਂ ਦਾ ਤਾਜ ਪਹਿਨੇ ਹੋਏ, ਕੁੱਟੇ ਹੋਏ ਅਤੇ ਖੂਨ ਵਹਿੰਦੇ ਹੋਏ ਦਾ ਦਰਸ਼ਨ ਆਪਣੇ ਸਾਹਮਣੇ ਖੜਿਆ ਵੇਖਿਆ। ਟੌਮ ਨੇ ਇਸ ਨੂੰ ਡਰਦਿਆਂ ਵੇਖਿਆ ਅਤੇ ਉਸ ਚਿਹਰੇ ਦੇ ਸ਼ਾਨਦਾਰ ਧੀਰਜ ਉੱਤੇ ਉਹ ਦੰਗ ਰਹਿ ਗਿਆ ਸੀ। ਉਸ ਦੀਆਂ ਗਹਿਰਾਈਆਂ ਅਤੇ ਤਰਸਯੋਗ ਅੱਖਾਂ ਨੇ ਉਸ ਨੂੰ ਅੰਦਰ ਤੱਕ ਹੈਰਾਨ ਕਰ ਦਿੱਤਾ ਸੀ। ਜਦੋਂ ਕਿ ਹੌਲੀ-ਹੌਲੀ ਉਹ ਦਰਸ਼ਨ ਬਦਲ ਗਿਆ। ਉਹ ਤਿੱਖੇ ਤੇਜ ਦੀਆਂ ਕਿਰਨਾਂ ਬਣ ਗਏ ਸਨ ਅਤੇ ਨਾ ਸਮਝੀ ਜਾ ਸਕਣ ਵਾਲੀ ਚਮਕ ਵਿੱਚ ਉਸ ਨਾਵਲ ਵਿੱਚ ਇਤਿਹਾਸ ਵਜੋਂ ਇਹ ਦਰਜ ਹੈ ਕਿ ਉਸ ਸਮੇਂ ਤੋਂ ਟੌਮ ਨੇ ਆਪਣੇ ਕਦੇ ਵੀ ਆਜ਼ਾਦ ਹੋਣ ਦੀ ਆਸ ਨੂੰ ਛੱਡ ਦਿੱਤਾ ਸੀ ਅਤੇ ਉਸਨੇ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਗੁਲਾਮਾਂ ਦੀ ਹੀ ਇਸ ਆਸ ਨੂੰ ਜਾਣਨ ਵਿੱਚ ਮਦਦ ਕਰਨ ਵਿੱਚ ਲਗਾ ਦਿੱਤੀਆਂ, ਜੋ ਭਵਿੱਖ ਵਿੱਚ ਹੋਣ ਵਾਲੀ ਕਿਰਪਾ ਵਿੱਚ ਉਹਨਾਂ ਲਈ ਹੋ ਸਕਦੀ ਸੀ। ਅੰਤ ਵਿੱਚ ਸਿਮੋਨ ਲੈਂਗਰੀ ਨੇ ਟੌਮ ਨੂੰ ਕੋੜੇ ਮਾਰ-ਮਾਰ ਕੇ ਉਸ ਦੇ ਦ੍ਰਿੜ ਵਿਸ਼ਵਾਸ ਅਤੇ ਸਵਰਗਾਂ ਵਿੱਚ ਇੱਕ ਦਿਨ ਪਰਮੇਸ਼ਰ ਦੀ ਉਸਤਤ ਗਾਉਣ ਦੀ ਆਸ ਦੇ ਕਾਰਨ ਮਾਰ ਸਿੱਟਿਆ ਸੀ। ਜੋ ਕਿਰਪਾ ਦੀ ਸਾਮਰਥ ਸਾਡੇ ਸਾਰਿਆਂ ਉੱਤੇ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਕਠਿਨ ਹੈ। ਅਸੀਂ ਇਸ ਭਜਨ ਨੂੰ ਇੱਕ ਨਵੇਂ ਢੰਗ ਨਾਲ ਗਾਉਣ ਸਿੱਖ ਚੁੱਕੇ ਹਾਂ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਭਜਨ ਇਸ ਲੈਅ ਨਾਲ ਵੇਖਿਆ ਕਿ ਉਹੀ ਹੀ ਚਿਹਰਾ ਉਸ ਵੱਲ ਬੜੇ ਤਰਸ ਨਾਲ ਉਸ ਵੱਲ ਚੁੱਕ ਰਿਹਾ ਸੀ ਅਤੇ ਇੱਕ ਆਵਾਜ਼ ਨੇ ਆਖਿਆ, ਉਹ ਜੋ ਫਤਿਹ ਪਾਉਂਦਾ ਹੈ ਉਹ ਮੇਰੇ ਨਾਲ ਮੇਰੇ ਸਿਆਸਨ ਉੱਤੇ ਬੈਠੇਗਾ, ਜਿਵੇਂ ਕਿ ਮੈਂ ਵੀ ਫਤਿਹ ਪਾਈ ਸੀ ਅਤੇ ਆਪਣੇ ਪਿਤਾ ਦੇ ਨਾਲ ਉਸ ਦੇ ਸਿਆਸਨ ਉੱਤੇ ਬੈਠਾ ਹਾਂ। ਜਿਉਂ ਹੀ ਉਹ ਦਰਸ਼ਨ ਮੱਧਮ ਪੈ ਗਿਆ ਅਤੇ ਟੌਮ ਜਾਗ ਉੱਠਿਆ ਤੇ ਉਸ ਰਾਤ ਦੀ ਸਨਸਨੀ ਇੱਕ ਭਜਨ ਦੇ ਫਤਿਹਮੰਦ ਸ਼ਬਦਾਂ ਨਾਲ ਗੂੰਜ ਉੱਠੀ, ਜਿਸ ਨੂੰ ਉਸਨੇ ਹੋਰ ਜ਼ਿਆਦਾ ਖੁਸ਼ੀ ਦੇ ਦਿਨਾਂ ਵਿੱਚ ਗਾਇਆ ਸੀ, ਪਰ ਇਹੋ ਹੀ ਜਿਹੇ ਜਜ਼ਬੇ ਨਾਲ ਕਦੇ ਨਹੀਂ ਜੋ ਕਿ ਉਸ ਵਿੱਚ ਸੀ। ਕਹਾਣੀ ਦੇ ਇਸ ਮੌਕੇ ਟੌਮ ਦੀ ਮਜ਼ਬੂਤ ਮਹੱਤਵ ਵਾਲੀ ਆਵਾਜ਼ ਇਸ ਅਮੇਜ਼ਿੰਗ ਗ੍ਰੇਸ ਨਾਂ ਦੇ ਮਹਾਨ ਭਜਨ ਦੀਆਂ 5 ਅਤੇ 6 ਐਤਾਂ ਨੂੰ ਗਾਉਂਦੀ ਹੈ। ਉਹਨਾਂ ਤਿੰਨਾਂ ਵਿੱਚੋਂ 2 ਐਤਾਂ ਜੋ ਸਾਡੀਆਂ ਭਜਨਾਂ ਦੀਆਂ ਕਿਤਾਬਾਂ 'ਚ ਬਾਹਰ ਕੱਢੀਆਂ ਗਈਆਂ ਹਨ ਅਤੇ ਜਿਸ ਤੋਂ ਬਾਅਦ ਸਾਡੀ ਆਖਰੀ ਐਤ ਦੇ ਵਚਨ ਹਨ। ਨਾਲੇ ਵੱਧ ਕੇ ਹੈ, ਇਹ ਤਾਂ ਉਸ ਮੁੱਖ ਨਾਲ ਵੱਧ ਕੇ ਹੈ ਜਿਸ ਨੇ ਇਸ ਨੂੰ ਗਾਇਆ ਸੀ। ਇਹ ਤਾਂ ਇੱਕ ਭਜਨ ਦਾ ਸੰਦੇਸ਼ ਹੈ ਜੋ ਸਾਨੂੰ ਆਸ ਬਖਸ਼ਦਾ ਹੈ, ਕਿਉਂ ਜੋ ਕਿਰਪਾ ਤਾਂ ਸਭ ਕੁਝ ਆਸ ਦੇ ਬਾਰੇ ਹੀ ਹੈ। ਕਿ ਇਹ ਨਹੀਂ ਹੈ, ਕਿਰਪਾ ਸਾਨੂੰ ਆਸ ਬਖਸ਼ਦੀ ਹੈ ਜਦੋਂ ਹੋਰ ਕੁਝ ਵੀ ਇਹ ਨਹੀਂ ਕਰੇਗਾ। ਲਾਈਸ ਸੈਮਡਨ ਨੇ ਇੱਕ ਵਾਰ ਕਿਰਪਾ ਬਾਰੇ ਇੱਕ ਕਿਤਾਬ ਲਿਖੀ ਸੀ ਅਤੇ ਉਸ ਕਿਤਾਬ ਵਿੱਚ ਉਸਨੇ ਇਹ ਬਿਆਨ ਕੀਤਾ ਸੀ। ਉਸਨੇ ਆਖਿਆ ਸੀ ਕਿ ਕਿਰਪਾ ਸਧਾਰਨ ਗਿਆਨ ਦੇ ਦਾਅਵੇ ਦੇ ਵਿਰੁੱਧ ਕਾਰਜ ਕਰਦੀ ਹੈ। ਉਸਨੇ ਆਖਿਆ ਸੀ, ਕਠੋਰਤਾ ਵਾਲਾ ਸਧਾਰਨ ਗਿਆਨ ਆਪ ਨੂੰ ਆਖੇਗਾ ਕਿ ਆਪ ਇੱਕ ਪਵਿੱਤਰ ਪਰਮੇਸ਼ਰ ਦੇ ਗਿਆਨ ਤੱਕ ਪਹੁੰਚਣ ਲਈ ਬਹੁਤ ਗਲਤ ਹੋ। ਮਾਫ ਕਰਨ ਵਾਲੀ ਕਿਰਪਾ ਤੁਹਾਨੂੰ ਦੱਸਦੀ ਹੈ ਕਿ ਆਪ ਦੇ ਅੰਦਰ ਬਹੁਤ ਸਾਰਾ ਗਲਤ ਹੋਣ ਦੇ ਬਾਵਜੂਦ ਵੀ ਆਪ ਠੀਕ ਹੋ ਸਕਦੇ ਹੋ। ਵਾਸਤਵਿਕਤਾ ਵਾਲਾ ਸਧਾਰਨ ਗਿਆਨ ਆਪ ਨੂੰ ਦੱਸਦਾ ਹੈ ਆਪ ਬਹੁਤ ਜ਼ਿਆਦਾ ਕਮਜ਼ੋਰ ਹੋ, ਬਹੁਤ ਜ਼ਿਆਦਾ ਨਿਰਾਸ਼ ਅਤੇ ਬਦਲਣ ਲਈ ਬਹੁਤ ਜ਼ਿਆਦਾ ਮਨੁੱਖੀ ਹੋ। ਪਰ ਕਿਰਪਾ ਆਪ ਨੂੰ ਇੱਕ ਬਿਹਤਰ ਇਨਸਾਨ ਬਣਨ ਦੇ ਰਾਹ ਚੱਲਣ ਵਾਲੀ ਭੇਜਣ ਵਾਸਤੇ ਸ਼ਕਤੀ ਬਖਸ਼ਦੀ ਹੈ। ਆਪ ਸਧਾਰਨ ਗਿਆਨ ਆਪ ਨੂੰ ਇਹ ਦੱਸ ਸਕਦਾ ਹੈ ਕਿ ਆਪ ਇੱਕ ਕਿਸਮਤ ਅਤੇ ਵਿਅਰਥਤਾ ਦੀ ਪੁਰਾਣੀ ਆਦਤ ਵਿੱਚ ਫਸੇ ਹੋ। ਕਿਰਪਾ ਵਾਅਦਾ ਕਰਦੀ ਹੈ ਕਿ ਆਪ ਨੇ ਆਪਣੇ ਲਈ ਜੋ ਖੁਦ ਦਿਨ ਤਿਆਰ ਕੀਤਾ ਹੈ, ਜੋ ਉਸ ਨਾਲੋਂ ਇੱਕ ਬਿਹਤਰ ਕੁਝ ਵਾਸਤੇ ਪਰਮੇਸ਼ਰ ਉੱਤੇ ਭਰੋਸਾ ਰੱਖ ਸਕਦੇ ਹੋ। ਕਿਰਪਾ ਆਸ ਨਾਲ ਭਰਪੂਰ ਹੈ ਅਤੇ ਜੌਨ ਨਿਊਟਨ ਦੀ ਤਰ੍ਹਾਂ ਪਾਲੂਸ ਉਸ ਕਿਰਪਾ ਦੇ ਕਰਕੇ ਜੋ ਉਸ ਦੇ ਜੀਵਨ ਵਿੱਚ ਦਰਸਾਈ ਗਈ ਸੀ ਪਰਮੇਸ਼ਰ ਦੀ ਉਸਤਤ ਨਾਲ ਭਰਪੂਰ ਸੀ। ਜੌਨ ਨਿਊਟਨ, ਪਾਲੂਸ ਰਸੂਲ ਅਤੇ ਬੇਕਰੀ ਸਟੋਵ ਦੇ ਨਾਲ ਟੌਮ ਕਾਇਬਨ ਦੀ ਕਹਾਣੀ ਵਿੱਚ ਵਰਣਨ ਜੀਵਨਾਂ ਦੇ ਰਾਹੀਂ ਅਸੀਂ ਇਹ ਸਿੱਖਦੇ ਹਾਂ ਕਿ ਸਾਡੇ ਜੀਵਨ ਕਿਸ ਤਰ੍ਹਾਂ ਦੇ ਹੋਵੇਗਾ ਜੇਕਰ ਅਸੀਂ ਕਿਰਪਾ ਨਹੀਂ ਪਾਈ ਹੈ। ਆਪ ਵਿੱਚੋਂ ਕਿੰਨੇ ਹੀ ਇਹ ਯਾਦ ਰੱਖਦੇ ਹਨ ਕਿ ਇਸ ਤੋਂ ਪਹਿਲਾਂ ਆਪ ਦਾ ਜੀਵਨ ਕਿਹੋ ਜਿਹਾ ਸੀ, ਇਸ ਤੋਂ ਪਹਿਲਾਂ ਕਿ ਪਰਮੇਸ਼ਰ ਦੀ ਕਿਰਪਾ ਨੇ ਆਪ ਉੱਤੇ ਧਾਵਾ ਬੋਲਿਆ ਸੀ। ਜੋ ਕੁਝ ਵੀ ਆਪ ਹੋ, ਮੈਂ ਆਪ ਨੂੰ ਪੁੱਛਦਾ ਹਾਂ ਕਿ ਆਪ ਨੇ ਇਹ ਯਾਦ ਰੱਖਣਾ ਹੈ। ਇੱਕ ਮਹੱਤਵਪੂਰਨ ਗੱਲ ਹੈ ਕਿ ਇਸ ਤੋਂ ਪਹਿਲਾਂ ਪਰਮੇਸ਼ਰ ਨੇ ਸਾਨੂੰ ਪਕੜਿਆ ਸੀ, ਅਸੀਂ ਕੌਣ ਸੀ, ਤਾਂ ਕਿ ਅਸੀਂ ਉਸ ਸਭ ਦੀ ਸ਼ਲਾਘਾ ਕਰੀਏ ਜੋ ਪਰਮੇਸ਼ਰ ਸਾਡੇ ਲਈ ਕਰ ਚੁੱਕਾ ਹੈ। ਅਤੇ ਇਸ ਕਰਕੇ ਕਿਰਪਾ ਸ਼ਬਦ ਅਤੇ ਸ਼ੁਕਰਗੁਜ਼ਾਰੀ ਸ਼ਬਦ ਇੰਨਾ ਜ਼ਿਆਦਾ ਇੱਕ ਦੂਸਰੇ ਵਰਗੇ ਹੀ ਹਨ। ਕਿਰਪਾ ਅਤੇ ਸ਼ੁਕਰਗੁਜ਼ਾਰੀ ਇੱਕ ਦੂਸਰੇ ਨਾਲ ਮਿਲ ਕੇ ਚੱਲਦੇ ਹਨ। ਜਦੋਂ ਆਪ ਪਰਮੇਸ਼ਰ ਦੀ ਕਿਰਪਾ ਨੂੰ ਸਮਝ ਲੈਂਦੇ ਹੋ ਤਦ ਆਪ ਦੇ ਕੋਲ ਖੁਦ ਦੀ ਸ਼ੁਕਰਗੁਜ਼ਾਰੀ ਮੌਜੂਦ ਹੁੰਦੀ ਹੈ। ਸ਼ੁਕਰਗੁਜ਼ਾਰੀ ਅਤੇ ਕਿਰਪਾ ਅਤੇ ਸ਼ੁਕਰਗੁਜ਼ਾਰੀ ਇਸ ਪਰਮੇਸ਼ਰ ਦੀ ਧਰਤੀ ਉੱਤੇ ਵਸਣ ਵਾਲੇ ਸਾਰੇ ਲੋਕਾਂ ਨਾਲੋਂ ਮਸੀਹ ਲੋਕਾਂ ਨੂੰ ਵੱਧ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਕੋਲ ਸਭ ਤੋਂ ਵੱਧ ਸ਼ੁਕਰਗੁਜ਼ਾਰ ਹੋਣ ਲਈ ਪਾਇਆ ਗਿਆ ਹੈ।
ਸਾਡੇ ਕੋਲ ਕੀ ਹੈ? ਸਾਡੇ ਕੋਲ ਕਿਰਪਾ ਹੈ। ਪਰਮੇਸ਼ਰ ਨੇ ਸਾਨੂੰ ਕਿਰਪਾ ਬਖਸ਼ੀ ਹੈ ਅਤੇ ਉਸ ਕਿਰਪਾ ਦੇ ਕਰਕੇ ਇੱਕ ਕਾਰਜ ਹੈ ਜੋ ਸਾਡੇ ਅੰਦਰ ਵੱਧਦਾ ਜਾਂਦਾ ਹੈ, ਭਾਵੇਂ ਇਸ ਦੀ ਅਧੀਰਗੀ ਕਦੇ ਵੀ ਨਹੀਂ ਕੀਤੀ ਜਾ ਸਕਦੀ। ਇਹ ਪ੍ਰਭੂ ਪਰਮੇਸ਼ਰ ਦੇ ਧੰਨਵਾਦ ਦਾ ਕਾਰਜ ਹੈ, ਜਿਸ ਨੇ ਆਪਣੀ ਬਰਕਤ ਦੀ ਵਾਰਿਸ਼ ਸਾਡੇ ਉੱਤੇ ਕੀਤੀ ਹੈ, ਜਿਸ ਨੇ ਆਪਣਾ ਪੁੱਤਰ ਸਲੀਬ ਉੱਤੇ ਦੇ ਦਿੱਤਾ ਸੀ ਤਾਂ ਕਿ ਯਿਸੂ ਮਸੀਹ ਵਿੱਚ ਨੇਚਾ ਦੇ ਰਾਹੀਂ ਉਹ ਕਿਰਪਾ ਸਾਡੇ ਵਾਸਤੇ ਪਰਮੇਸ਼ਰ ਦਾ ਵਰਦਾਨ ਹੋਵੇ। ਜਦੋਂ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਕਬੂਲ ਕਰ ਲੈਂਦੇ ਹਾਂ, ਤਦ ਅਸੀਂ ਝਟਪਟ ਉਸ ਸਵਰਗੀ ਸਹਿਣ ਗਹਿਣ ਲਈ ਪੂਰਨ ਅਭਿਆਸ ਕਰਨਾ ਆਰੰਭ ਕਰ ਦਿੰਦੇ ਹਾਂ, ਜੋ ਅਸੀਂ ਹਮੇਸ਼ਾ ਹਮੇਸ਼ਾ ਵਾਸਤੇ ਗਾਵਾਂਗੇ। ਅਤੇ ਅੱਜ ਇਸ ਅਭਿਆਸ ਲਈ ਆਉਣ ਵਾਸਤੇ ਆਪ ਦਾ ਧੰਨਵਾਦ। ਅੱਜ ਸਵੇਰੇ ਅਸੀਂ ਥੋੜਾ ਜਿਹਾ ਅਭਿਆਸ ਕੀਤਾ ਸੀ ਅਤੇ ਹਰ ਵਾਰ ਜਦੋਂ ਵੀ ਅਸੀਂ ਪਰਮੇਸ਼ਰ ਦੇ ਲੋਕ ਹੋਣ ਵਜੋਂ ਇਕੱਠੇ ਹੁੰਦੇ ਹਾਂ, ਤਦ ਅਸੀਂ ਬਸ ਆਪਣੇ ਦਿਲਾਂ ਨੂੰ ਉਸ ਦਿਨ ਲਈ ਤਿਆਰ ਹੀ ਕਰ ਰਹੇ ਹੁੰਦੇ ਹਾਂ ਜਦੋਂ ਅਸੀਂ ਉਸ ਸਿਆਸਨ ਦੇ ਦੁਆਲੇ ਪਰਮੇਸ਼ਰ ਦੀ ਉਸਤਤ ਗਾਵਾਂਗੇ। ਜਦੋਂ ਆਪ ਪੌਲੁਸ ਦੇ ਜੀਵਨ ਦਾ ਅਧਿਐਨ ਕਰਦੇ ਹੋਏ ਅਤੇ ਉਸ ਦੀ ਕਿਰਪਾ ਦੇ ਬਾਰੇ ਸਿੱਖਦੇ ਹੋ, ਜੋ ਕਿਰਪਾ ਉਸ ਉੱਤੇ ਇੱਕ ਇਨਸਾਨ ਵਜੋਂ ਬਰਸਾਈ ਗਈ ਸੀ, ਤਦ ਆਪ ਇਸ ਦੁਆਰਾ ਹੈਰਾਨ ਨਹੀਂ ਹੋਵੋਗੇ ਕਿ ਪੌਲੁਸ ਰਸੂਲ ਸ਼ੁਕਰਗੁਜ਼ਾਰੀ, ਧੰਨਵਾਦ ਅਤੇ ਉਸਤਤ ਦਾ ਜ਼ਿਕਰ ਨਵੇਂ ਨੇਮ ਹੋਰ ਕਿਸੇ ਨਾਲੋਂ ਵੀ ਵੱਧ ਕੇ ਕਰਦਾ ਹੈ। ਪ੍ਰਕਾਸ਼ ਦੀ ਪੋਥੀ ਤੋਂ ਬਾਹਰ ਜੋ ਵੀ ਅਸੀਂ ਨਵੇਂ ਨੇਮ ਵਿੱਚ ਉਸਤਤ ਅਤੇ ਬੰਦਗੀ ਬਾਰੇ ਜਾਣਦੇ ਹਾਂ, ਉਹ ਸਾਨੂੰ ਪੌਲੁਸ ਦੀਆਂ ਲਿਖਤਾਂ ਤੋਂ ਹੀ ਮਿਲਦਾ ਹੈ। ਅਤੇ ਪੌਲੁਸ ਸਾਨੂੰ ਦੱਸਦਾ ਹੈ ਕਿ ਸਾਡੀ ਸ਼ੁਕਰਗੁਜ਼ਾਰੀ ਅਤੇ ਸਾਡੀ ਕਿਰਪਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅੱਡ ਕਰਨ ਜਾ ਰਹੀ ਹੈ, ਜਿਉਂ-ਜਿਉਂ ਅਸੀਂ ਇਹਨਾਂ ਦਿਨਾਂ ਵਿੱਚ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜਿਉਂ-ਜਿਉਂ ਅਸੀਂ ਮਸੀਹ ਦੇ ਵਾਪਸ ਆਉਣ ਦੀ ਅਗੇਤੀ ਤਿਆਰੀ ਕਰਦੇ ਹਾਂ। ਇੱਕ ਮੌਕਾ ਪੌਲੁਸ ਆਪਣੇ ਉੱਤੇ ਅੰਮ੍ਰਿਤ ਜ਼ਬਾਨ ਪ੍ਰਚਾਰਕ ਤਿਮੋਥਿਉਸ ਨੂੰ ਲਿਖ ਰਿਹਾ ਸੀ ਅਤੇ ਉਹ ਤਿਮੋਥਿਉਸ ਦੇ ਇਹ ਸਮਝਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜ਼ਿੰਦਗੀ ਕਿੱਥੇ ਜਾ ਰਹੀ ਸੀ, ਅਤੇ ਉਸ ਨੇ ਤਿਮੋਥਿਉਸ ਨੂੰ ਇਹ ਦੱਸਿਆ ਸੀ ਕਿ ਜਦੋਂ ਉਹ ਅੰਤ ਦੇ ਦਿਨ ਆਉਣਗੇ, ਤਦ ਇਸ ਧਰਤੀ ਉੱਤੇ ਕੁਝ ਖਾਸ ਚਿੰਨ੍ਹ ਹੋਣਗੇ ਜਿਨ੍ਹਾਂ ਨੂੰ ਪਛਾਣਨਾ ਜਾਇਆ ਸਕੇਗਾ। ਦੂਸਰੇ ਤਿਮੋਥਿਉਸ 3 ਅਧਿਆਇ 1 ਤੋਂ 2 ਵਚਨ ਉਸ ਨੇ ਇਹ ਸ਼ਬਦ ਲਿਖੇ ਹਨ, ਪਰ ਇਹ ਜਾਣ ਛੱਡੋ ਭਾਈ, ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ, ਕਿਉਂ ਜੋ ਮਨੁੱਖ ਆਪ ਸਵਾਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ਼, ਹੰਕਾਰੀ, ਕੁਫਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾ ਸ਼ੁਕਰੇ, ਅਪਵਿੱਤਰ। ਹੇ ਮਨੁੱਖੋ ਅਤੇ ਔਰਤੋਂ, ਮੈਂ ਆਪ ਨੂੰ ਇੱਕ ਸਵਾਲ ਕਰ ਲਵਾਂ ਕਿ ਅਸੀਂ ਇੱਕ ਸ਼ੁਕਰਗੁਜ਼ਾਰ ਸੱਭਿਆਚਾਰ ਵਿੱਚ ਰਹਿ ਰਹੇ ਹਾਂ ਜਾਂ ਫਿਰ ਇੱਕ ਨਾ ਸ਼ੁਕਰੇ ਵਿੱਚ। ਹਰੇਕ ਜਾਣਦਾ ਹੈ, ਭਾਵੇਂ ਆਪ ਸੜਕ ਉੱਤੇ ਗੱਡੀ ਚਲਾਉਂਦੇ ਹੋਵੋ, ਭਾਵੇਂ ਆਪ ਕਿਸੇ ਵੱਡੇ ਸਟੋਰ ਅੰਦਰ ਜਾਵੋ, ਆਪ ਕੁਝ ਵੀ ਕਰੋ, ਅਸੀਂ ਇੱਕ ਕਿਰਪਾ ਰਾਹਿਤ ਸੱਭਿਆਚਾਰ ਹੀ ਹਾਂ। ਸਾਰੇ ਜਗਤ ਦੀਆਂ ਸਾਰੀਆਂ ਕੌਮਾਂ ਵਿੱਚ ਸਾਡੇ ਕੋਲ ਸ਼ੁਕਰਗੁਜ਼ਾਰ ਹੋਣ ਲਈ ਸਭ ਤੋਂ ਵੱਧ ਹੈ, ਅਤੇ ਇੰਜ ਜਾਪਦਾ ਹੈ ਕਿ ਅਸੀਂ ਸਭ ਤੋਂ ਘੱਟ ਸ਼ੁਕਰਗੁਜ਼ਾਰ ਹੀ ਹਾਂ। ਅਸਲ ਵਿੱਚ ਕੀ ਆਪ ਨੇ ਜਾਣਿਆ ਹੈ ਕਿ ਹੁਣ ਇੰਟਰਨੈਟ ਵਿੱਚ ਇਹੋ ਜਿਹੇ ਥਾਂ ਹਨ ਜਿਸ ਦਾ ਉਪਦੇਸ਼ ਬਸ ਸ਼ਿਕਾਇਤ ਦਰਜ ਕਰਨਾ ਹੀ ਹੈ। ਇਹ ਬਿਲਕੁਲ ਸੱਚ ਹੈ ਮੇਰੇ ਦੋਸਤੋ। ਜੇਮਸ ਮੈਕਡੋਨਲਡ ਨੇ ਇੰਟਰਨੈਟ ਦੀਆਂ ਸ਼ਿਕਾਇਤਾਂ ਦਰਜ ਕਰਨ ਵਾਲੀਆਂ ਸਾਈਟਾਂ ਉੱਤੇ ਇੱਕ ਖੋਜ ਕਰਨ ਦਾ ਪ੍ਰੋਜੈਕਟ ਤਿਆਰ ਕੀਤਾ ਸੀ, ਅਤੇ ਇਹ ਇੱਕ ਸਾਈਟ ਉਸ ਨੇ ਭਾਲਿਆ ਸੀ ਜਿਸ ਨੂੰ ਦ ਕੰਪਲੀਟ ਆਖਿਆ ਹੈ। 5 ਕਰੋੜ ਤੋਂ ਵੱਧ ਦੀਆਂ ਸੇਵਾ ਵਿੱਚ ਮਾਹਿਰ ਸਾਡੇ ਕੋਲ ਸਭ ਤੋਂ ਵੱਧ ਸ਼ਿਕਾਇਤਾਂ ਦਾ ਰਿਕਾਰਡ ਹੈ ਜੋ ਕਿਸੇ ਵੀ ਇੱਕ ਸਾਈਟ ਉੱਤੇ ਹੋਵੇ, ਅਤੇ ਅਸੀਂ ਖੁੱਲ੍ਹੇ ਤੌਰ ਤੇ ਸ਼ਿਕਾਇਤ ਕਰਨ ਵਿੱਚ ਆਗੂ ਹਾਂ। ਇਸ ਸ਼ਿਕਾਇਤ ਸਟੇਸ਼ਨ ਦਾ ਉਦੇਸ਼ ਆਪ ਲਈ ਇੱਕ ਕੇਂਦਰੀ ਸਥਾਨ, ਆਪ ਦੀਆਂ ਸ਼ਿਕਾਇਤਾਂ ਨੂੰ ਦਰਜ ਕਰਾਉਣਾ ਅਤੇ ਪਹਿਲੀਆਂ ਸ਼ਿਕਾਇਤਾਂ ਦੀ ਛਾਣਬੀਨ ਕਰਨ ਲਈ ਉਪਲਬਧ ਹੈ। ਇੱਕ ਦੂਸਰੀ ਸਾਈਟ ਜੋ ਮਿਲੀ ਹੈ ਉਸ ਦਾ ਨਾਮ ਹੈ ਕੰਪਲੀਟ। ਕਿਸੇ ਵੀ ਚੀਜ਼ ਬਾਰੇ ਸ਼ਿਕਾਇਤ ਕਰੋ, ਪੂਰਾ ਜਗਤ ਤੁਹਾਡੀ ਸੁਣ ਲਈ ਹੈ। ਆਪਣੇ ਗੁਆਂਢੀ ਬਾਰੇ ਸ਼ਿਕਾਇਤ ਕਰੋ, ਕਿਸੇ ਵੀ ਹਵਾਈ ਜਹਾਜ਼ ਦੀ ਕੰਪਨੀ ਬਾਰੇ ਸ਼ਿਕਾਇਤ ਕਰੋ, ਰੇਲ ਗੱਡੀਆਂ ਬਾਰੇ ਸ਼ਿਕਾਇਤ ਕਰੋ, ਰੌਲੇ ਰੱਪੇ ਬਾਰੇ ਸ਼ਿਕਾਇਤ ਕਰੋ, ਆਪਣੀ ਸੱਸ ਬਾਰੇ ਸ਼ਿਕਾਇਤ ਕਰੋ, ਕਈਆਂ ਵਾਅਦੇ ਬਾਰੇ ਸ਼ਿਕਾਇਤ ਕਰੋ, ਕਮੀ ਵਿਅਕਤੀ ਬਾਰੇ ਸ਼ਿਕਾਇਤ ਕਰੋ, ਖੇਡਾਂ ਬਾਰੇ ਸ਼ਿਕਾਇਤ ਕਰੋ, ਭਲਾਈ ਮੁਸਕਾਨ ਬਾਰੇ ਸ਼ਿਕਾਇਤ ਕਰੋ, ਕੰਮ ਬਾਰੇ ਸ਼ਿਕਾਇਤ ਕਰੋ, ਆਪਣੇ ਮਾਲਕ ਬਾਰੇ ਸ਼ਿਕਾਇਤ ਕਰੋ। ਸਾਡੇ ਕੋਲ ਸ਼ਿਕਾਇਤਾਂ ਭਰੋ, ਅਸੀਂ ਸੁਣਾਂਗੇ ਅਤੇ ਹਰੇਕ ਨੂੰ ਦੱਸਾਂਗੇ, ਕੋਈ ਵਿਤਕਰਾ ਨਹੀਂ। ਇਹ ਜਗਤ ਜਿਸ ਵਿੱਚ ਅਸੀਂ ਰਹਿੰਦੇ ਹਾਂ, ਇਸ ਵਿੱਚ ਕੀ ਖਰਾਬੀ ਹੈ ਕਿ ਆਪ ਨੇ ਜਾਣਿਆ ਹੈ ਕਿ ਮਸੀਹਾਂ ਲਈ ਵੀ ਇੱਕ ਸ਼ਿਕਾਇਤ ਕਰਨ ਵਾਸਤੇ ਵੈਬਸਾਈਟ ਹੈ। ਇਹ ਸਾਈਟ ਮਸੀਹਾਂ ਵਾਸਤੇ ਇੱਕ ਪੂਰੇ ਭਾਗ ਦੀ ਪੇਸ਼ਕਸ਼ ਕਰਦਾ ਹੈ ਜਿੱਥੇ ਉਹ ਉਹਨਾਂ ਚੀਜ਼ਾਂ ਨੂੰ ਜਾਣ ਸਕਦੇ ਹਨ ਜਿਨ੍ਹਾਂ ਬਾਰੇ ਸ਼ਿਕਾਇਤ ਕਰਨੀ ਹੋਵੇ। ਉਸ ਸਾਈਟ ਉੱਤੇ ਬਹੁਤ ਤਰ੍ਹਾਂ ਦੀਆਂ ਸ਼ਿਕਾਇਤਾਂ ਦੀ ਚੋਣ ਕੀਤੀ ਜਾ ਸਕਦੀ ਹੈ। ਮੈਂ ਤਾਂ ਬਸ ਲੋਕਾਂ ਨੂੰ ਇਹਨਾਂ ਵੈਬਸਾਈਟ ਨੂੰ ਪੜ੍ਹਦਿਆਂ ਸੁਣ ਸਕਦਾ ਹਾਂ। ਤੁਹਾਨੂੰ ਪਤਾ ਹੈ, ਮੈਂ ਤਾਂ ਇਸ ਬਾਰੇ ਪੜ੍ਹਨ ਤੋਂ ਪਹਿਲਾਂ ਇਸ ਬਾਰੇ ਉਤੇਜਿਤ ਵੀ ਨਹੀਂ ਸੀ।
ਪਿਆਰੇ ਦਰਸ਼ਕੋ, ਅੱਜ ਅਸੀਂ ਪਰਮੇਸ਼ਰ ਦੀ ਭਗਤੀ ਬਾਰੇ ਸਿੱਖ ਰਹੇ ਸੀ। ਅਸੀਂ ਸਿੱਖਿਆ ਕਿ ਅਸੀਂ ਕਿਵੇਂ ਪਰਮੇਸ਼ਰ ਦੇ ਭਗਤ ਬਣ ਸਕਦੇ ਹਾਂ। ਭਗਤੀ ਵਾਲੇ ਜੀਵਨ ਨੂੰ ਹਾਸਿਲ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਨੂੰ ਜਿਮ ਦੇ ਵਿੱਚ ਜਾ ਕੇ ਮਿਹਨਤ ਕਰਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਆਤਮਾ ਦੇ ਵਿੱਚ ਫਿੱਟ ਰਹਿਣ ਦੇ ਲਈ ਸਾਨੂੰ ਭਗਤੀ ਦੇ ਦੁਆਰਾ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी लहजा तो फिर जावणगे। पाप दे कारण प्रीत ठंडी पै जाएगी, कई सेवक भी लहजा तो फिर जावणगे। ए यीशु दे ने आउण दियां निशानियां, त्यार हो जा। ए यीशु दे ने आउण दियां निशानियां, त्यार हो जा। पवित्रता ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।